स्टूडेंट्स, हाउ आर यू? वेलकम टू योर बॉटनी ਲੈਕਚਰ। ਬੇਟਾ ਆਪਾਂ ਬੈਟਰਿਕੋਸਪਰਮਮ ਪੜ੍ਹ ਰਹੇ ਸੀਗੇ। ਉਹਦੇ ਵਿੱਚ ਆਪਾਂ ਰੀਪਰੋਡਕਸ਼ਨ ਦੇਖਣੀ ਸੀਗੀ। ਫਰਟੀਲਾਈਜੇਸ਼ਨ ਤੱਕ ਐਕਚੁਅਲੀ 'ਚ ਆਪਾਂ ਕਰ ਲਿਆ ਸੀਗਾ। ਅੱਗੇ ਅਸੀਂ ਦੇਖਣਾ ਹੈ ਕਿਵੇਂ ਜ਼ਾਈਗੋਟ ਬਣਿਆ ਅਤੇ ਜ਼ਾਈਗੋਟ ਦਾ ਜਰਮੀਨੇਸ਼ਨ ਕਿਵੇਂ ਹੋਇਆ। ਉਸ ਤੋਂ ਪਹਿਲਾਂ ਮੈਂ ਥੋੜ੍ਹਾ ਜਿਹਾ ਰਿਪੀਟ ਕਰਦਾ। ਬੇਟਾ ਇਹ ਜਿਹੜੇ ਡਾਇਗਰਾਮਸ ਆ ਇਹ ਮੈਂ ਈਜ਼ੀ ਵੇ ਨਾਲ ਬਣਾਏ ਆ ਤੁਹਾਨੂੰ ਐਕਸਪਲੇਨ ਕਰਨ ਲਈ। ਇੱਕੋ ਹੀ ਇੱਕ ਸੈੱਲ ਡਰਾ ਕੀਤਾ ਆ। ਤੁਸੀਂ ਵੀ ਇਸੇ ਤਰ੍ਹਾਂ ਲਰਨ ਕਰ ਲੈਣਾ ਆ। ਜੇ ਫਿਰ ਤੁਹਾਨੂੰ ਲਰਨ ਜਦੋਂ ਹੋ ਜਾਊਗਾ ਤਾਂ ਤੁਹਾਨੂੰ ਆਪਣੇ ਆਪ ਹੀ ਕਲਸਟਰ ਆਫ ਫਿਲਾਮੈਂਟਸ ਜਿਹੜੇ ਉਹ ਬਣਾਉਣੇ ਆ ਜਾਣੇ ਆ। ਤਾਂ ਪਹਿਲਾਂ ਆਪਾਂ ਪੜ੍ਹਿਆ ਸੀਗਾ ਕਿ ਆ ਮੇਲ ਨੋਡ ਤੋਂ ਜਿਹੜੀ ਬ੍ਰਾਂਚਸ ਆਫ ਲਿਮਿਟਡ ਗਰੋਥ ਹੁੰਦੀ ਆ ਉਹੀ ਜਿਹੜੀ ਬ੍ਰਾਂਚ ਆ ਟਰਾਂਸਵਰਸਲੀ ਡਿਵਾਈਡ ਹੋ ਕੇ ਉਹਦੇ 'ਤੇ ਡਿਵੈਲਪ ਹੁੰਦਾ ਆ ਐਂਥਰੀਡੀਆ ਅਤੇ ਐਂਥਰੀਡੀਆ ਜਾਂ ਫਿਰ ਸਪਰਮੈਟੈਂਜੀਅਮ ਔਰ ਉਹ ਸਪਰਮੈਟੈਂਜੀਅਮ ਦੇ ਅੰਦਰ ਸਪਰਮੈਸ਼ੀਆ ਜਾਂ ਸਪਰਮੈਸ਼ੀਅਮ ਡਿਵੈਲਪ ਹੁੰਦਾ ਆ। ਇੰਨਾ ਅਸੀਂ ਉਸ ਦਿਨ ਪੜ੍ਹ ਲਿਆ ਸੀਗਾ। ਤਾਂ ਇਸ ਡਾਇਗਰਾਮ ਦੇ ਵਿੱਚ ਆਹੀ ਦਿਖਾਇਆ ਆ ਕਿ ਆ ਜਿਹੜਾ ਆ ਮੇਨ ਫਿਲਾਮੈਂਟ ਆ ਇਹ ਇੱਕ ਬ੍ਰਾਂਚ ਆਫ ਲਿਮਿਟਡ ਗਰੋਥ ਆ। ਇਹ ਡਿਵਾਈਡ ਹੋ ਕੇ ਇਹਦੇ 'ਤੇ ਆਹ ਐਂਥਰੀਡੀਅਮ ਬਣਿਆ ਆ ਅਤੇ ਐਂਥਰੀਡੀਅਮ ਦੇ ਵਿੱਚ ਜਾਂ ਸਪਰਮੈਟੈਂਜੀਅਮ ਦੇ ਵਿੱਚ ਸਪਰਮੈਸ਼ੀਅਮ ਬਣਿਆ ਆ। ਤੁਸੀਂ ਸਪਰਮੈਟੈਂਜੀਅਮ ਔਰ ਸਪਰਮੈਸ਼ੀਅਮ ਹੀ ਯੂਜ਼ ਕਰਨਾ ਆ। ਜਿਹੜੀ ਬ੍ਰਾਂਚ 'ਤੇ ਹੁਣ ਸਪਰਮੈਟੈਂਜੀਅਮ ਡਿਵੈਲਪ ਹੁੰਦਾ ਹੈ ਇਹਨੂੰ ਆਪਾਂ ਐਂਥਰੀਡੀਅਲ ਫਿਲਾਮੈਂਟ ਕਹਿੰਦੇ ਆ। ਇਹ ਮੇਲ ਪਲਾਂਟ ਬੋਡੀ ਹੋ ਗਈ। ਸੇਮ ਵੇ ਆਪਾਂ ਫੀਮੇਲ ਪਲਾਂਟ ਬੋਡੀ ਪੜ੍ਹੀ ਸੀਗੀ ਕਿ ਆਹ ਮੇਲ ਫਿਲਾਮੈਂਟ ਆ ਔਰ ਨੋਡਸ ਤੋਂ ਹੀ ਜਿਹੜੀ ਲਿਮਿਟਡ ਗਰੋਥ ਵਾਲੀ ਬ੍ਰਾਂਚਸ ਹੁੰਦੀਆਂ ਆ ਉਹ ਟਰਾਂਸਵਰਸਲੀ ਗਰੋ ਕਰਦੀਆਂ ਆ। ਉਹਨਾਂ ਦੇ ਉੱਪਰ ਕਾਰਪੋਗੋਨੀਅਮ ਡਿਵੈਲਪ ਹੁੰਦਾ ਆ। ਕਾਰਪੋਗੋਨੀਅਮ ਜਿਹੜਾ ਆ ਉਹ ਦੋ ਪਾਰਟਸ ਦਾ ਬਣਿਆ ਹੁੰਦਾ ਆ, ਬੇਸਲ ਅਤੇ ਆਹ ਟਿਪ ਵਾਲੇ ਨੂੰ ਟਰਾਈਕੋਗਾਈਨੇ ਕਹਿੰਦੇ ਆ ਅਤੇ ਬੇਸਲ ਵਾਲੇ ਨੂੰ ਵੈਸੇ ਕਹਿੰਦੇ ਆ ਮਾਈਰੋਫੋਰ। ਠੀਕ ਹੈ। ਔਰ ਬੁੱਕ 'ਚ ਵਰਡ ਹੈ ਨਹੀਂ ਹੈ ਲੇਕਿਨ ਨੋਰਮਲ ਜਿਹੜੀ ਕਾਮਨ ਟਰਮ ਆ ਉਹ ਮਾਈਰੋਫੋਰ ਆ। ਅਤੇ ਆਪਾਂ ਇੰਨਾ ਉਸ ਦਿਨ ਪੜ੍ਹ ਲਿਆ ਸੀਗਾ ਜਿਹੜੀ ਬ੍ਰਾਂਚ 'ਤੇ ਫੀਮੇਲ ਸੈਕਸ ਔਰਗਨ ਕਾਰਪੋਗੋਨੀਅਮ ਡਿਵੈਲਪ ਹੁੰਦਾ ਆ ਉਹਨੂੰ ਆਪਾਂ ਐਸਕੋਕਾਰਪ ਬੀ ਕਹਿ ਦਈਦਾ ਆ। ਫੀਮੇਲ ਪਲਾਂਟ ਬੋਡੀ ਵੀ ਤੁਸੀਂ ਵਰਡ ਯੂਜ਼ ਕਰ ਸਕਦੇ ਆ, ਨੋ ਪ੍ਰੋਬਲਮ। ਹੁਣ ਹੋਇਆ ਕੀ ਸੀਗਾ ਕਿ ਇਹਦੇ ਵਿੱਚ ਜਦੋਂ ਸਪਰਮੈਸ਼ੀਅਮ ਬਣਿਆ ਸਪਰਮੈਟੈਂਜੀਅਮ ਦੇ ਅੰਦਰ ਆ ਪੂਰਾ ਫੁੱਲੀ ਡਿਵੈਲਪ ਹੋ ਗਿਆ ਤਾਂ ਇਹਨੇ ਫੋਰਸ ਲਗਾਇਆ। ਇਹਦੇ ਪ੍ਰੈਸ਼ਰ ਨਾਲ ਇਹ ਵਾਲ ਜਿਹੜੀ ਇੱਥੋਂ ਫਟ ਗਈ ਸੀ ਅਤੇ ਸਪਰਮੈਸ਼ੀਅਮ ਰਿਲੀਜ਼ ਹੋ ਕੇ ਵਿਦ ਦਾ ਕਰੰਟ ਆਫ ਵਾਟਰ ਇਹ ਮੂਵ ਕਰ ਗਿਆ ਸੀ ਟਰਾਈਕੋਗਾਈਨੇ ਦੀ ਟਿਪ 'ਤੇ। ਇਹ ਮਿਊਸਿਲੇਜੀਨਸ ਹੁੰਦੀ ਆ। ਇਹਦਾ ਸਰਫੇਸ ਜਿਹੜਾ ਆ ਥੋੜ੍ਹਾ ਜਿਹਾ ਸਟਿੱਕੀ ਹੁੰਦਾ ਆ ਅਤੇ ਉਹਦੇ ਕਰਕੇ ਇਹ ਜਿਹੜਾ ਸਪਰਮੈਸ਼ੀਅਮ ਆ ਇਹ ਆਹ ਟਿਪ 'ਤੇ ਸਟਿਕ ਕਰ ਜਾਂਦਾ ਆ। ਜਿਸ ਟਿਪ 'ਤੇ ਇਹ ਸਟਿਕ ਕਰਦਾ ਆ ਉੱਥੋਂ ਜਿਹੜੀ ਵਾਲ ਆ ਟਰਾਈਕੋਗਾਈਨੇ ਦੀ ਉਹ ਡਿਜ਼ੋਲਵ ਹੋ ਜਾਂਦੀ ਆ, ਪਲੱਸ ਆ ਸਪਰਮੇਸ਼ੀਅਮ ਦੀ ਵਾਲ ਵੀ ਡਿਜ਼ੋਲਵ ਹੋ ਜਾਂਦੀ ਆ। ਅਤੇ ਇਹਦੇ ਅੰਦਰ ਜਿਹੜਾ ਮੇਲ ਨਿਊਕਲੀਆ ਆ ਉਹ ਦੋ ਮੇਲ ਨਿਊਕਲੀਅਸ ਜਿਹੜਾ ਆ ਉਹ ਦੋ ਨਿਊਕਲੀਆ ਦੇ ਵਿੱਚ ਡਿਵਾਈਡ ਹੁੰਦਾ ਆ। ਇੱਕ ਜਿਹੜਾ ਆ ਨੀਚੇ ਆਹ ਮਾਈਰੋਫੋਰ ਜਾਂ ਕਾਰਪੋਗੋਨੀਅਮ ਵੀ ਅਸੀਂ ਕਹਿੰਦੇ ਆ। ਕਾਰਪੋਗੋਨੀਅਮ ਦੇ ਅੰਦਰ ਐਗ ਸੈੱਲ ਹੁੰਦਾ ਆ, ਐਗ ਨਿਊਕਲੀਅਸ ਹੁੰਦਾ ਆ। ਇੱਕ ਤਾਂ ਇਹਦੇ ਨਾਲ ਜਾ ਕੇ ਫਿਊਜ਼ ਹੋ ਜਾਂਦਾ ਆ, ਦੂਸਰਾ ਜਿਹੜਾ ਉਹ ਡਿਸਇੰਟੀਗ੍ਰੇਟ ਹੋ ਜਾਂਦਾ ਟਰਾਈਕੋਗਾਈਨੇ ਦੇ ਵਿੱਚ। ਇੰਨਾ ਅਸੀਂ ਉਸ ਦਿਨ ਪੜ੍ਹ ਲਿਆ ਸੀਗਾ। ਅਤੇ ਜਦੋਂ ਇਹ ਫਿਊਜ਼ਨ ਹੋਇਆ, ਦੇਖੋ ਇੱਥੇ ਫਿਊਜ਼ਨ ਹੋਇਆ ਤਾਂ ਕੀ ਬਣਿਆ ਜ਼ਾਈਗੋਟ। ਹੁਣ ਸਾਡਾ ਜਿਹੜਾ ਅੱਜ ਦਾ ਟੌਪਿਕ ਹੈ ਜਰਮੀਨੇਸ਼ਨ ਆਫ ਜ਼ਾਈਗੋਟ ਇੱਥੋਂ ਸਟਾਰਟ ਹੁੰਦਾ ਆ। ਤਾਂ ਬੇਟਾ ਜ਼ਾਈਗੋਟ ਜਿੱਦਾਂ ਹੀ ਬਣਦਾ ਆ ਕਾਰਪੋਗੋਨੀਅਮ ਦੇ ਅੰਦਰ ਤਾਂ ਇਹ ਜ਼ਾਈਗੋਟ ਜਿਹੜਾ ਆ ਇਮੀਡੀਏਟਲੀ ਜਰਮੀਨੇਸ਼ਨ ਸਟਾਰਟ ਕਰ ਲੈਂਦਾ ਆ, ਕੋਈ ਰੈਸਟਿੰਗ ਪੀਰੀਅਡ ਨਹੀਂ ਹੁੰਦਾ ਹੈਗਾ। ਇਹ ਜਿਹੜਾ ਜ਼ਾਈਗੋਟ ਆ ਇਹਦੇ ਵਿੱਚ ਮੀਓਸਿਸ ਹੁੰਦਾ ਹੈ। ਜ਼ਾਈਗੋਟ ਅੰਡਰਗੋਸ ਮੀਓਸਿਸ ਅਤੇ ਇਹਦੇ ਜਿਹੜੇ ਨਿਊਕਲੀਆ ਆ 4 ਹੈਪਲੋਇਡ ਨਿਊਕਲੀਆ ਦੇ ਵਿੱਚ ਉਹ ਡਿਵਾਈਡ ਹੋ ਜਾਂਦੇ ਆ, ਹੈ ਨਾ। ਹੁਣ ਇੱਕ ਤਰਫ ਤਾਂ 4 ਹੈਪਲੋਇਡ ਨਿਊਕਲੀਆ ਬਣ ਗਏ
ਨਾਲ ਹੀ ਨਾਲ ਕੀ ਹੋਣਾ ਆ, ਇਸ ਜਿਹੜਾ ਮਾਈਰੋਫੋਰ ਆ ਵਾਲਾ ਪਾਰਟ ਆ, ਇਹਦੇ ਤੋਂ ਟਰਾਂਸਵਰਸ ਡਿਵੀਜ਼ਨ ਸਟਾਰਟ ਹੋਣੀ ਆ ਤੇ ਲੇਟਰਲ ਫਿਲਾਮੈਂਟਸ ਜਿਹੜੇ ਆ ਉਹ ਬਣਨੇ ਸਟਾਰਟ ਹੋ ਜਾਣੇ ਆ। ਇਸ ਲੇਟਰਲ ਫਿਲਾਮੈਂਟ ਨੂੰ ਆਪਾਂ ਕਹਿੰਦੇ ਆ ਗੋਨੀਮੋਬਲਾਸਟ ਇਨੀਸ਼ੀਅਲ। ਇਹ ਵੈਰੀ ਵੈਰੀ ਇੰਪੋਰਟੈਂਟ ਟਰਮ ਆ, ਗੋਨੀਮੋਬਲਾਸਟ ਇਨੀਸ਼ੀਅਲ। ਹੁਣ ਇਹ ਪਹਿਲਾਂ ਜਿੱਦਾਂ ਇੱਕ ਸੈੱਲ ਬਣਿਆ, ਆ ਜਿਹੜੇ ਨਿਊਕਲੀਆਈ ਆ ਇਹ ਇਸ ਸੈੱਲ ਦੇ ਵਿੱਚ ਐਂਟਰ ਕਰ ਗਏ। ਜਦੋਂ ਆ ਇੱਕ ਪ੍ਰੋਜੈਕਸ਼ਨ ਬਣੀ ਔਰ ਇਹਦੇ ਵਿੱਚ ਆ ਨਿਊਕਲੀਆਈ ਐਂਟਰ ਕਰ ਗਿਆ ਤਾਂ ਇਹਨੂੰ ਅਸੀਂ ਸੈੱਲ ਕਹਾਂਗੇ। ਹੁਣ ਇਹ ਜਿਹੜਾ ਸੈੱਲ ਪਹਿਲਾਂ ਬਣਿਆ ਇਹ ਹੈਗਾ ਗੋਨੀਮੋਬਲਾਸਟ ਇਨੀਸ਼ੀਅਲ। ਫਰਦਰ ਇਹਦੀ ਹੋਰ ਡਿਵੀਜ਼ਨ ਹੋਣੀ ਆ ਟਰਾਂਸਵਰਸ ਡਿਵੀਜ਼ਨ, ਤਾਂ ਇਹ ਕਹਿ ਲਓ ਕਿ ਇੱਕ ਲੰਬਾ ਫਿਲਾਮੈਂਟ ਬਣਨਾ ਆ ਜਿਹਨੂੰ ਕਿਹਾ ਜਾਂਦਾ ਆ ਗੋਨੀਮੋਬਲਾਸਟ ਫਿਲਾਮੈਂਟ। ਠੀਕ ਹੈ, ਇੰਨਾ ਸਮਝ ਆਇਆ। ਫਿਰ ਇਹ ਗੋਨੀਮੋਬਲਾਸਟ ਫਿਲਾਮੈਂਟ ਦੇ ਉੱਪਰ ਇੱਕ ਗੋਨੀਮੋਬਲਾਸਟ ਫਿਲਾਮੈਂਟ 'ਤੇ ਕੀ ਡਿਵੈਲਪ ਹੋਣੇ ਆ, ਕਾਰਪੋਸਪੋਰਸ। ਹੁਣ ਇਹ ਜਿਹੜੇ ਕਾਰਪੋਸਪੋਰਸ ਆ ਇੱਕ ਵਾਲ ਨਾਲ ਢੱਕਣੇ ਆ ਜਾਂ ਇੱਕ ਵਾਲ ਇਹਨਾਂ ਦੇ ਆਲੇ ਦੁਆਲੇ ਡਿਵੈਲਪ ਹੋ ਜਾਣੀ ਆ। ਉਸ ਵਾਲ ਨੂੰ ਤੇ ਆਹ ਪੂਰੇ ਸਟਰਕਚਰ ਨੂੰ ਕਹਿ ਲਓ ਕਾਰਪੋਸਪੋਰੈਂਜੀਆ ਕਹਿੰਦੇ ਆ। ਕਾਰਪੋਸਪੋਰੈਂਜੀਆ ਦੇ ਅੰਦਰ ਕਾਰਪੋਸਪੋਰਸ ਡਿਵੈਲਪ ਹੁੰਦੇ ਆ। ਇਹ ਕਾਰਪੋਸਪੋਰਸ ਜਦੋਂ ਮੈਚਿਓਰ ਹੋ ਜਾਂਦੇ ਆ ਤਾਂ ਸੇਮ ਵੇ ਇਹਦੀ ਵੀ ਵਾਲ ਫਟਦੀ ਆ ਤੇ ਇਹ ਕਾਰਪੋਸਪੋਰਸ ਜਿਹੜੇ ਆ ਰਿਲੀਜ਼ ਹੁੰਦੇ ਆ ਔਰ ਇੱਕ ਸੂਟੇਬਲ ਸਬਸਟ੍ਰੈਟਮ 'ਤੇ ਇਹ ਗਿਰਦੇ ਆ ਤੇ ਉੱਥੇ ਇਹ ਜਰਮੀਨੇਟ ਹੁੰਦੇ ਆ ਇਨਟੂ ਨਿਊ, ਜਰਮੀਨੇਟ ਹੋਣਗੇ ਫਿਲਾਮੈਂਟ ਦੇ ਵਿੱਚ। ਹੁਣ ਕਿਵੇਂ ਜਰਮੀਨੇਟ ਹੋਣਗੇ, ਆ ਦੇਖੋ ਇਹ ਜਿਹੜੇ ਕਾਰਪੋਸਪੋਰਸ ਆ ਇਹਨਾਂ ਦਾ ਜਦੋਂ ਜਰਮੀਨੇਟ ਸਟਾਰਟ ਹੁੰਦਾ ਆ, ਜਰਮੀਨੇਸ਼ਨ ਇਨ ਫੇਵਰੇਬਲ ਕੰਡੀਸ਼ਨਸ ਜਾਂ ਗਰੋਇੰਗ ਸੀਜ਼ਨ, ਤਾਂ ਇਹ ਹੌਲੀ ਹੌਲੀ ਪਹਿਲਾਂ ਇੱਕ ਸੈੱਲ 'ਚ ਡਿਵਾਈਡ ਹੋਣਗੇ, ਫਿਰ ਹੋਰ ਸੈੱਲ ਫਾਰਮ ਕਰਨਗੇ, ਫਿਰ ਹੋਰ ਸੈੱਲ ਫਾਰਮ ਕਰਨਗੇ, ਫਿਰ ਹੋਰ ਸੈੱਲ ਫਾਰਮ ਕਰਨਗੇ। ਇਸ ਤਰ੍ਹਾਂ ਇੱਕ ਫਿਲਾਮੈਂਟ ਬਣ ਜਾਂਦਾ ਆ। ਹੁਣ ਇਹ ਫਿਲਾਮੈਂਟ ਜਿਹੜਾ ਆ ਇੱਕ ਵਾਲ ਆਪਣੇ ਆਲੇ ਦੁਆਲੇ ਬਣਾ ਲੈਂਦਾ ਆ, ਇਹਨੂੰ ਅਸੀਂ ਕਹਿੰਦੇ ਸ਼ੀਥ। ਠੀਕ ਹੈ, ਇਹ ਸ਼ੀਥ ਜਿਹੜੀ ਆ ਪੈਰਨਕਾਈਮੇਟਸ ਸੈਲਸ ਦੀ ਬਣੀ ਹੁੰਦੀ ਆ। ਤਾਂ ਅਸੀਂ ਕਹਿ ਸਕਦੇ ਹਾਂ ਕਿ ਪੈਰਨਕਾਈਮੇਟਸ ਟਿਸ਼ੂਸ ਜਾਂ ਪੈਰਨਕਾਈਮੇਟਸ ਸੈੱਲ ਜਿਹੜਾ ਆ ਉਹ ਡਿਵੈਲਪ ਹੋ ਗਿਆ। ਇਹ ਹੋਇਆ ਦੂਸਰੇ ਤਰਫ, ਥੋੜ੍ਹਾ ਜਿਹਾ ਮੈਂ ਬਾਅਦ 'ਚ ਇੱਥੇ ਕੀ ਬਣਨਾ ਹੈ ਉਹ ਥੋੜ੍ਹਾ ਜਿਹਾ ਬਾਅਦ 'ਚ ਦੱਸਦੀ ਹਾਂ। ਦੂਸਰੇ ਤਰਫ ਬੇਟਾ ਕੀ ਹੋਣਾ ਆ, ਜਦੋਂ ਕੁਝ ਟਾਈਮ ਬਾਅਦ ਟਿਪ ਸੈੱਲ ਆਫ ਦਿਸ ਫਿਲਾਮੈਂਟ, ਚਾਹੇ ਇਸ ਪਾਸੇ ਟਿਪ ਸੈੱਲ, ਟਿਪ ਮਤਲਬ ਉੱਪਰਲਾ ਜਾਂ ਸਭ ਤੋਂ ਪਹਿਲਾ ਸੈੱਲ, ਚਾਹੇ ਇਸ ਪਾਸੇ ਤੋਂ ਜਿਹੜਾ ਸੈੱਲ ਆ ਉਹਨੇ ਡਿਵਾਈਡ ਕਰਨਾ ਸਟਾਰਟ ਕਰਨਾ ਆ ਇਸ ਤਰ੍ਹਾਂ ਇਹ ਡਿਵਾਈਡ ਕਰ ਗਿਆ 3-4 ਸੈੱਲਸ ਦੇ ਵਿੱਚ। ਹੁਣ ਇਹਦੇ ਵਿੱਚ ਕੀ ਹੋਣਾ ਆ, ਜਦੋਂ ਇਹ ਡਿਵਾਈਡ ਕਰੂਗਾ ਤਾਂ ਆ ਜਿਹੜਾ ਇੱਕ ਫਿਲਾਮੈਂਟ ਸੀਗਾ ਇਹਦੇ 'ਚ ਇੱਕ ਸੈਪਟਮ ਬਣਨਾ ਆ। ਉਸ ਸੈਪਟਮ ਨਾਲ ਆਹ ਵਾਲਾ ਜਿਹੜਾ ਫਿਲਾਮੈਂਟ ਆ ਉਹ ਸੈਪਰੇਟ ਨਹੀਂ ਹੋਣਾ, ਪਰ ਐ ਸਾਨੂੰ ਦਿਖੂਗਾ ਕਿ ਆ ਇੱਕ ਅਲੱਗ ਫਿਲਾਮੈਂਟ ਆ ਇੱਕ ਅਲੱਗ ਫਿਲਾਮੈਂਟ ਆ। ਸੈਪਰੇਸ਼ਨ ਜਿਹੜਾ ਆ ਉਹ ਦਿਖਣਾ ਸਟਾਰਟ ਹੋ ਜਾਣਾ ਆ। ਰਹਿਣਾ ਇਹਨਾਂ ਨੇ ਅਟੈਚਡ ਹੀ ਆ, ਟੁੱਟਣਾ ਨਹੀਂ ਹੈਗਾ, ਪਰ ਇੱਦਾਂ ਸੈਪਰੇਸ਼ਨ ਪੁਆਇੰਟ ਜਿਹੜਾ ਉਹ ਸਾਨੂੰ ਦਿਖੂਗਾ, ਸੈਪਟਮ ਸਾਨੂੰ ਦਿਖੂਗਾ। ਤਾਂ ਇਹ ਜਿਹੜਾ ਸਿਸਟਮ ਐ ਬਣਿਆ ਸਾਈਡ 'ਤੇ, ਇਹ ਐਕਚੁਅਲੀ 'ਚ ਨੀਚੇ ਦੀ ਸਾਈਡ ਬਣਦਾ ਆ ਅਤੇ ਇਹਨੂੰ ਆਪਾਂ ਕਹਿੰਦੇ ਹਾਂ ਪ੍ਰੋਸਟਰੇਟ ਸਿਸਟਮ। ਠੀਕ ਹੈ, ਦਿਸ ਸਿਸਟਮ ਇਜ਼ ਪ੍ਰੋਸਟਰੇਟ। ਇੱਦਾਂ ਥੱਲੇ ਲੰਬਾ ਪਿਆ ਹੁੰਦਾ ਆ, ਇਸ ਤਰ੍ਹਾਂ ਡਿਵੈਲਪ ਹੁੰਦਾ ਆ ਲੇਟਰਲੀ, ਤਾਂ ਇਹ ਹੋ ਗਿਆ ਪ੍ਰੋਸਟਰੇਟ ਸਿਸਟਮ। ਹੁਣ ਇਸ ਪ੍ਰੋਸਟਰੇਟ ਸਿਸਟਮ ਦੇ ਵਿੱਚ ਐਕਚੁਅਲੀ 'ਚ ਇਹਦਾ ਹੁਣ ਜੇ ਅਸੀਂ ਡਾਇਗਰਾਮ ਦੇਖੀਏ ਤਾਂ ਇਹ ਇਸ ਤਰ੍ਹਾਂ ਬਣੂਗਾ। ਆ 3-4 ਸੈੱਲਸ ਬਣ ਗਏ, ਹਰ ਕੋਲ ਆਪਣਾ ਨਿਊਕਲੀਆਈ ਹੋਏਗਾ। ਤਾਂ ਇਸ ਫਿਲਾਮੈਂਟ ਦੀ ਟਿਪ 'ਤੇ ਕੀ ਡਿਵੈਲਪ ਹੋਏਗਾ, ਮੋਨੋਸਪੋਰੈਂਜੀਅਮ। ਮੋਨੋਸਪੋਰੈਂਜੀਅਮ ਦੇ ਅੰਦਰ ਕੀ ਬਣਨਗੇ, ਮੋਨੋਸਪੋਰਸ। ਇਹ ਮੋਨੋਸਪੋਰਸ ਕੀ ਆ,
ਏਸੈਕਸ਼ੁਅਲ ਰੀਪਰੋਡਕਸ਼ਨ 'ਚ ਹੈਲਪ ਕਰਦੇ ਆ। ਜਦੋਂ ਫਿਲਾਮੈਂਟ ਦੇ ਉੱਪਰ ਮੋਨੋਸਪੋਰੈਂਜੀਅਮ ਅਤੇ ਉਹਦੇ ਅੰਦਰ ਮੋਨੋਸਪੋਰਸ ਡਿਵੈਲਪ ਹੋ ਜਾਂਦੇ ਆ, ਉਸ ਵੇਲੇ ਅਸੀਂ ਇਹਨੂੰ ਕਹਿੰਦੇ ਆ ਚੈਂਟਰੈਂਸੀਆ ਸਟੇਜ, ਯੂਵੇਨਾਈਲ ਸਟੇਜ ਵੀ ਕਹਿੰਦੇ ਆ। ਅਤੇ ਇਹ ਹੁਣ ਮੋਨੋਸਪੋਰਸ ਕਿੱਦਾਂ ਡਿਵੈਲਪ ਹੋਣਗੇ? ਆ ਫਿਲਾਮੈਂਟ ਆ, ਫਿਲਾਮੈਂਟ ਦੇ ਉੱਪਰ ਐਕਚੁਅਲੀ 'ਚ ਵਾਲ ਇੱਕ ਡਿਵੈਲਪ ਹੋਈ। ਇਸ ਵਾਲ ਦੇ ਵਿੱਚ ਜਿਹੜੇ ਮੋਨੋਸਪੋਰਸ ਆ ਉਹ ਐਕਚੁਅਲੀ ਫਿਲਾਮੈਂਟਸ ਹੁੰਦੇ ਆ। ਉਹ ਵੀ ਇਸ ਤਰ੍ਹਾਂ ਉਹ ਵੀ ਫਿਲਾਮੈਂਟਸ ਇੱਕ ਦੇ ਉੱਪਰ ਇੱਕ ਅਰੇਂਜਡ ਹੁੰਦੇ ਆ ਰੋਜ਼ ਦੇ ਵਿੱਚ ਸੈਲਸ, ਫਿਲਾਮੈਂਟਸ ਦੇ ਫਾਰਮ 'ਚ ਹੀ ਇਹ ਗਰੋ ਕਰਦੇ ਆ। ਇਸ ਤਰ੍ਹਾਂ ਬਹੁਤ ਸਾਰੇ ਫਿਲਾਮੈਂਟਸ ਅੰਦਰ ਡਿਵੈਲਪ ਹੁੰਦੇ ਆ। ਹੁਣ ਕੀ ਹੋਣਾ ਆ, ਜਿਹੜੇ ਆ ਸਭ ਤੋਂ ਨੀਚੇ ਵਾਲੇ ਫਿਲਾਮੈਂਟਸ ਹੋਣੇ ਆ, ਠੀਕ ਹੈ, ਉੱਪਰ ਵਾਲਿਆਂ ਨਾਲ ਕੋਈ ਕੰਸਰਨ ਨਹੀਂ ਹੈਗਾ, ਉਹ ਇੱਕ ਤਰ੍ਹਾਂ ਦਾ ਕਿਤੇ ਰੋਲ ਨਹੀਂ ਪਲੇ ਕਰਦੇ। ਆ ਜਿਹੜੇ ਨੀਚੇ ਵਾਲੇ ਫਿਲਾਮੈਂਟ ਆ, ਇਹਦਾ ਜਿਹੜਾ ਆਹ ਟਿਪ ਵਾਲਾ ਸੈੱਲ ਆ, ਓਨਲੀ ਟਿਪ ਵਾਲਾ ਸੈੱਲ ਆ, ਇਹ ਜਰਮੀਨੇਟ ਕਰਦਾ ਆ ਟੂ ਫਾਰਮ ਅ ਨਿਊ ਫਿਲਾਮੈਂਟ, ਬੈਟਰੈਕੋਸਪਰਮਮ। ਤਾਂ ਇਹੀ ਸੈਕਸ਼ੁਅਲ ਰੀਪਰੋਡਕਸ਼ਨ, ਏਸੈਕਸ਼ੁਅਲ ਰੀਪਰੋਡਕਸ਼ਨ ਸੀਗੀ ਕਿ ਮੋਨੋਸਪੋਰੈਂਜੀਅਮ ਡਿਵੈਲਪ ਹੋਇਆ, ਉਹਦੇ ਅੰਦਰ ਮੋਨੋਸਪੋਰਸ ਬਣੇ, ਮੋਨੋਸਪੋਰਸ ਜਿਹੜੇ ਆ ਉਹ ਜਰਮੀਨੇਟ ਹੋ ਕੇ ਉਹਨਾਂ ਨੇ ਨਿਊ ਬੈਟਰੈਕੋਸਪਰਮਮ ਬਣਾਇਆ। ਤਾਂ ਇਹ ਕੀ ਬਣਿਆ? ਚੈਂਟਰੈਂਸੀਆ ਸਟੇਜ ਆ। ਇਸ ਵੇਲੇ ਇਹ ਜਿਹੜਾ ਸਟਰਕਚਰ ਹੋਣਾ ਆ, ਇਹ ਇਟ ਲੁਕਸ ਲਾਈਕ ਆਹ ਵਾਲਾ ਜਿਹੜਾ ਆ, ਇਹ ਦਿਖਦਾ ਆ ਚੈਂਟਰੈਂਸੀਆ ਐਲਗੇ ਵਰਗਾ। ਹੋਰ ਇੱਕ ਐਲਗੀ ਆ ਜਿਹਦਾ ਨਾਮ ਹੈ ਚੈਂਟਰੈਂਸੀਆ, ਉਸ ਐਲਗੇ ਵਰਗਾ ਇਹਦਾ ਸਟਰਕਚਰ ਦਿਖਦਾ ਆ, ਤਾਂ ਆਪਾਂ ਇਹਨੂੰ ਚੈਂਟਰੈਂਸੀਆ ਸਟੇਜ ਕਹਿ ਦਿੰਦੇ ਹਾਂ। ਔਰ ਇਸ ਵੇਲੇ ਏਸੈਕਸ਼ੁਅਲ ਰੀਪਰੋਡਕਸ਼ਨ ਹੁੰਦੀ ਆ ਕਿਉਂਕਿ ਮੋਨੋਸਪੋਰਸ ਤੋਂ ਹੁੰਦੀ ਆ, ਮੋਨੋਸਪੋਰਸ ਬਣ ਜਾਂਦੇ ਆ, ਇਹਨੂੰ ਯੂਵੇਨਾਈਲ ਸਟੇਜ ਵੀ ਕਹਿੰਦੇ ਆ। ਹੁਣ ਜਿਹੜਾ ਮੈਂ ਆ ਕਿਹਾ ਸੀ ਕਿ ਥੋੜ੍ਹਾ ਜਿਹਾ ਬਾਅਦ 'ਚ ਦੱਸਦੀ ਹਾਂ, ਇਹ ਕੀ ਹੈ? ਇਰੈਕਟ ਸਿਸਟਮ। ਆਪਾਂ ਪੜ੍ਹਿਆ ਸੀ ਬੈਟਰੈਕੋਸਪਰਮਮ 'ਚ ਕਿ ਦੋ ਤਰ੍ਹਾਂ ਦੀ ਸਿਸਟਮਸ ਇਹ 'ਚ ਡਿਵੈਲਪ ਹੁੰਦੇ, ਤਾਂ ਹੀ ਹੀਟਰੋਟ੍ਰਾਈਕਸ ਆ। ਇੱਕ ਪ੍ਰੋਸਟਰੇਟ ਸਿਸਟਮ ਜਿਹੜਾ ਸਾਈਡ 'ਤੇ ਥੱਲੇ ਸਾਈਡ ਨੂੰ ਵੱਧਦਾ ਆ, ਅਤੇ ਇੱਕ ਇਰੈਕਟ ਸਿਸਟਮ ਆ ਜਾਂ ਇਰੈਕਟ ਫਿਲਾਮੈਂਟ ਆ। ਇਹ ਜਿਹੜਾ ਆ ਇਹ ਇਰੈਕਟ ਸਿਸਟਮ ਹੈ ਜਿਹੜਾ ਫਲੋਟ ਕਰਦਾ ਰਹਿੰਦਾ ਪਾਣੀ 'ਚ। ਹੁਣ ਐਲਗੋਲੋਜਿਸ 'ਤੇ ਅਲੱਗ-ਅਲੱਗ ਮੱਤ ਆ। ਕਈ ਕਹਿੰਦੇ ਆ ਕਿ ਜਿਹੜਾ ਪ੍ਰੋਸਟਰੇਟ ਸਿਸਟਮ ਆ ਇਹ ਚੈਂਟਰੈਂਸੀਆ ਐਲਗੇ ਵਰਗਾ ਦਿਖਦਾ ਆ, ਅਤੇ ਜਿਹੜਾ ਇਰੈਕਟ ਸਿਸਟਮ ਆ ਉਹ ਅਡਲਟ ਬੈਟਰੈਕੋਸਪਰਮਮ ਆ। ਇਹ ਅਡਲਟ ਹੋ ਜਾਂਦਾ ਆ ਬੈਟਰੈਕੋਸਪਰਮਮ, ਇਹ ਤੋਂ ਨਵਾਂ ਬੈਟਰੈਕੋਸਪਰਮਮ ਹੋਰ ਬਣ ਜਾਂਦਾ ਆ। ਕਈ ਇਹਨੂੰ ਗੈਮੀਟੋਫਿਟਿਕ ਸਟੇਜ ਮੰਨ ਲੈਂਦੇ ਆ। ਸੋ ਉਹ ਮੱਤ ਤੁਸੀਂ 2 ਲਾਈਨਾਂ ਦਾ ਪੜ੍ਹ ਲਿਓ ਬੁੱਕ 'ਚੋਂ। ਇਹਦੇ ਨਾਲ ਇਹ ਵਾਲਾ ਜੇ ਬੇਟਾ ਤੁਹਾਨੂੰ ਇਹ ਡਾਇਗਰਾਮ ਸਮਝ ਆ ਗਏ ਆ, ਈਜ਼ੀ ਕਰਕੇ ਬਣਾਏ ਆ, ਤਾਂ ਫਿਰ ਤੁਹਾਨੂੰ ਲਾਈਫ ਸਾਈਕਲ ਵੀ ਬਹੁਤ ਈਜ਼ੀ ਹੋਏਗਾ। ਮੇਰੇ ਖਿਆਲ ਨਾਲ ਹੁਣ ਮੈਨੂੰ ਇਸ ਤੋਂ ਬਾਅਦ ਪੜ੍ਹਾਉਣ ਦੀ ਲੋੜ ਨਹੀਂ ਪੈਣੀ ਹੈਗੀ। ਇਹ ਜਰਮੀਨੇਸ਼ਨ ਆਫ ਜ਼ਾਈਗੋਟ ਵੀ ਆ, ਅਤੇ ਲਾਈਫ ਸਾਈਕਲ ਵੀ ਇੱਥੇ ਹੀ ਕੰਪਲੀਟ ਹੋ ਗਿਆ। ਰੀਪਰੋਡਕਸ਼ਨ ਅਸੀਂ ਪੜ੍ਹ ਲਈ ਸੀ। ਇੱਕ ਵਾਰੀ ਸੁਣਿਓ, ਨਹੀਂ ਸਮਝ ਆਇਆ ਦੁਬਾਰਾ ਪੁੱਛ ਲਿਓ। ਟਿਲ ਦੈਨ ਗੁੱਡ ਬਾਏ ਬੇਟਾ। ਤਾਂ ਤਕਰੀਬਨ ਆਪਣਾ ਇਹ ਵਾਲਾ ਚੈਪਟਰ ਅੱਜ ਫਿਨਿਸ਼ਡ ਆ। ਹੁਣ ਜੇ ਅਸੀਂ ਇਹਦੀ ਲਾਈਫ ਸਾਈਕਲ ਦੀ ਗੱਲ ਕਰੀਏ ਤਾਂ ਲਾਈਫ ਸਾਈਕਲ ਦੇ ਵਿੱਚ 3 ਸਟੇਜਸ ਹੁੰਦੀਆਂ ਆ। ਫਸਟ ਅਸੀਂ ਪੜ੍ਹੀ ਆ ਕਿਹੜੀ ਵਾਲੀ? ਗੈਮੀਟੋਫਿਟਿਕ ਫੇਜ਼। ਫਿਰ ਅਸੀਂ ਪੜ੍ਹੀ ਆ ਚੈਂਟਰੈਂਸੀਆ ਸਟੇਜ, ਅਤੇ ਥਰਡ ਅਸੀਂ ਆਹ ਪੜ੍ਹੀ ਆ ਸਪੋਰੋਫਿਟਿਕ ਫੇਜ਼, ਹੈ ਨਾ। ਅਤੇ ਇਹ 3 ਲਾਈਫ ਸਾਈਕਲ ਦੇ ਵਿੱਚ ਇਹ ਜਿਹੜਾ ਆ ਇਹਦਾ 3 ਸਟੇਜਸ ਦੇ ਵਿੱਚ ਲਾਈਫ ਸਾਈਕਲ ਆਫ ਬੈਟਰੈਕੋਸਪਰਮਮ ਜਿਹੜਾ ਆ ਉਹ ਖ਼ਤਮ ਹੁੰਦਾ ਆ। ਪੜ੍ਹ ਲਿਓ, ਨਹੀਂ ਸਮਝ ਆਇਆ ਤਾਂ ਪੁੱਛ ਲਿਓ ਦੁਬਾਰਾ।